गुरु रू प्यारी साध संगत जी, वाहिगुरु जी का खालसा, वाहिगुरु जी की फतेह। प्रोफैसर पूरन सिंह जी की एक अमोलक लिखत है गुज्जा मित्र। ये वो लिखत है ਜਦੋਂ कभी असी पापां विच ग्रसे जाते हाँ या अत निराशता की हालत विच आउंदे हाँ। ये लिखत पढ़ के फिर साडे अंदर प्रभु प्रीतम की प्रेम लई एक भरोसा जाग पैंदा है। कुछ साल पहला ये लिखत पढ़ चुके हाँ, पर फिर हुक्म होया है दोबारा पढ़न का, सो संगतां दे पेश कर रहे हाँ। आओ प्यार नाल सरवण करन की कोशिश करिए जी। आ जद के सागर उछाले विच है, इस दियां गुसैलियां लहरां विच निक्की चिट्टी किश्ती सुरक्षित तर रही है ਅਤੇ ਇਸ ਵਿੱਚ ਮਨੁੱਖ ਝੋਲੇ ਪਿਆ ਖਾਂਦਾ ਹੈ। ਜਿਵੇਂ ਨਿੱਕੇ ਪੰਗੂੜੇ ਵਿੱਚ ਅਗਿਆਤ ਬਾਹਾਂ ਖਤਰਿਆਂ ਵਿੱਚ ਵੀ ਜਿਸ ਦੀਆਂ ਰੱਖਿਅਕ, ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਇਸ ਖਤਰੇ ਭਰੀ ਖੁਸ਼ੀ ਵਿੱਚ ਮੇਰਾ ਰੱਖਣਹਾਰ ਹੈ, ਮੌਤ ਦੇ ਜਬਾੜਿਆਂ ਵਿੱਚ ਮੇਰਾ ਰੱਖਿਅਕ ਸ਼ਹਿਨशाह। ਆ ਜਦ ਕਿ ਮਨੁੱਖ ਅੰਦਰ ਲਹੂ ਦੀ ਵਹਿਣ ਗਤੀ ਅੰਤਮ ਹੋਣ ਤੱਕ ਧੀਮੀ ਪੈ ਗਈ ਹੈ, ਜਿਵੇਂ ਸਿਆਲ ਵਿੱਚ ਸੁੰਗੜ ਚੁੱਕੀ ਨਦੀ ਦੀ ਧਾਰ, ਅਤੇ ਇੱਕ ਨਿੱਕਾ ਥੱਕਿਆ ਦਿਲ ਇਹਦੇ ਖੁਸ਼ਕ ਬੋਲਾਂ ਦੇ ਕੰਢਿਆਂ ਤੇ ਉਡੀਕ ਕਰਦਾ ਹੈ, ਡੁੱਬਣ ਦੀ ਆਪਣੇ ਆਪ ਵਿੱਚ ਉਸ ਦੀਵੇ ਦੀ ਨਿਆਈ ਜਿਸ ਦਾ ਤੇਲ ਮੁੱਕ ਚੁੱਕਾ ਹੈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਉਸ ਗੁਆਚ ਚੁੱਕੀ ਜ਼ਿੰਦਗੀ ਦੀ ਉਦਾਸ ਛਿਣ ਵਿੱਚ ਬੱਤੀ ਤੇਲ ਅਤੇ ਉਸ ਜਗਮਗਾਂਦੀ ਚਿੰਗਿਆੜੀ ਦਾ ਦੇਵਨਹਾਰ ਹੈ। ਆ ਜਦ ਕਿ ਪਾਰਸਾਵਾਂ ਦਾ ਸਾਰਾ ਸੰਸਾਰ ਇੱਕ ਪਾਪੀ ਨੂੰ ਪੱਥਰ ਮਾਰ ਕੇ ਮਾਰਨ ਲਈ ਆ ਜੁੜਿਆ ਹੈ। ਆ ਜਦ ਉਹਨਾਂ ਨੇ ਉਸ ਦੇ ਹੱਥ ਤੇ ਪੈਰ ਬੰਨ੍ਹ ਦਿੱਤੇ ਹਨ ਅਤੇ ਮਜ਼ਲੂਮ ਆਪਣੀਆਂ ਅੱਖਾਂ ਉਤਾਹਾਂ ਚੁੱਕੀ ਤੇਰੇ ਵੱਲ ਤੱਕ ਰਿਹਾ ਹੈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਮੌਤ ਦੀ ਉਸ ਬਿਖਮ ਘੜੀ ਵਿੱਚ ਮੇਰੀ ਲੱਜਾ ਤੇ ਬੇਹਯਾਈ ਦਾ ਕੱਜਣਹਾਰ ਹੈ, ਰੱਜ ਕੇ ਮੇਰੇ ਔਗਣਾਂ ਨੂੰ ਪਿਆਰਨ ਵਾਲਾ। ਆ ਜਦ ਕਿ ਅਬਲਾ ਦੇ ਨੈਣ ਛੱਤੋਂ ਖਾਲੀ ਅਸਗਾਹਤਾ ਦੇ ਦੁੱਖਾਂ ਵਿੱਚ ਡੁਬਾ ਗਏ ਹਨ ਅਤੇ ਉਹ ਬੇਰਹਿਮ ਚਰਮ ਕ੍ਰੀੜਾ ਦੇ ਸੰਘਰਸ਼ ਵਿੱਚ ਇਕਲਾਪੀ ਹੋਣ ਕਾਰਨ ਪੀੜਤ ਹੈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਇੱਕ ਨਿਆਸਰੀ ਤੀਵੀਂ ਦਾ ਪਤੀ ਹੈ। ਆ ਜਦ ਕਿ ਮੇਰੀਆਂ ਆਪਣੀਆਂ ਤ੍ਰਿਸ਼ਨਾਵਾਂ ਦੇ ਘਣੇ ਦੁੱਖ ਮੇਰੇ ਵੱਸੋਂ ਬਾਹਰ ਹੋ ਗਏ ਹਨ, ਜਦ ਕਿ ਮੇਰਾ ਅੰਦਰਲਾ ਵਹਿਸ਼ੀ ਮੂੰਹ ਖੋਲ ਮੇਰੇ ਉੱਪਰ ਲਪਕ ਪਿਆ ਹੈ ਅਤੇ ਆਪਣੇ ਸ਼ਿਕਾਰ ਦੇ ਤਨ ਵਿੱਚ ਪੰਜੇ ਖੋਬ ਨਿੱਠ ਕੇ ਬੈਠ ਗਿਆ ਹੈ ਆਪਣੇ ਆਪ ਨੂੰ ਨਿਗਾਰਨ ਲਈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਇੱਕ ਸ਼ਿਕਾਰੀ ਹੈ ਜਿਸ ਦੇ ਸੋਨੇ ਦੀਆਂ ਅਣੀਆਂ ਵਾਲੇ ਤੀਰ ਪ੍ਰਭੂ ਖਾਤਰ ਉਸ ਜਾਨਵਰ ਨੂੰ ਪਾੜ ਜਾਂਦੇ ਹਨ। ਇੱਕ ਮਾਰੂ ਜ਼ਖਮ ਕਰਕੇ ਮੈਂ ਉਸ ਜੰਗਲੀ ਹੈਵਾਨ ਤੋਂ ਮਨੁੱਖ ਬਣ ਜੀ ਉੱਠਿਆ ਹਾਂ, ਜਿਹੜਾ ਕੁਝ ਚਿਰ ਪਹਿਲਾਂ ਗਰਜ ਕੇ ਦਹਾੜ ਕੇ ਦਮ ਤੋੜ ਗਿਆ ਹੈ। ਆ ਜਦ ਕਿ ਸਹਿਸ ਕਿਸਾਨਾਂ, ਇਸਤਰੀ ਪੁਰਸ਼ਾਂ ਅਤੇ ਬੱਚਿਆਂ ਦੀਆਂ ਕੋਟ ਅੱਖਾਂ ਆਕਾਸ਼ ਵੱਲ ਵਰਖਾ ਦੀ ਸਿੱਕ ਵਿੱਚ ਲੱਗੀਆਂ ਹੋਈਆਂ ਹਨ ਅਤੇ ਇੱਕ ਛੋਟਾ ਹੰਝੂ ਉਹਨਾਂ ਦੀਆਂ ਅੱਖਾਂ ਵਿੱਚ ਉਤਰਦਾ ਤੇ ਸੁੱਕਦਾ ਹੈ, ਜਦ ਕਿ ਇੱਕ ਊਦਾ ਬਦਲ ਹੱਥ ਦੇ ਆਕਾਰ ਦੇ ਪਸਾਰਦਾ ਆਕਾਸ਼ ਵਿੱਚ ਦਿਸ ਪਿਆ ਹੈ, ਨੇਤਰ ਫੋਰ ਵਿੱਚ ਜਿਸ ਨੇ ਮਹਾਂ ਦੀਪਾਂ ਦੇ ਕੱਪੜੇ ਗੁੜਚ ਕਰ ਦਿੱਤੇ ਹਨ ਅਤੇ ਧਰਤੀ ਦਾ ਲੋਥੜਾ ਜਲਾਂ ਵਿੱਚ ਡੁੱਬ ਗਿਆ ਹੈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੈਂ ਨਿਰਧਨ ਕਿਸਾਨ ਲਈ ਤਾਂ ਉਹ ਮੇਘਲਿਆਂ ਨੂੰ ਭੇਜਣ ਵਾਲਾ ਹੈ, ਜਿਹੜਾ ਆਪਣਾ ਪ੍ਰੇਮ ਮਿਹਰ ਭਰੀ ਭਰਪੂਰਤਾ ਵਿੱਚ ਵਰਾਉਂਦਾ ਹੈ। ਆ ਜਦ ਕਿ ਲੱਖਾਂ ਚਿਹਰੇ ਜਵਾਨੀ ਵਿੱਚ ਚਮਕ ਰਹੇ ਹਨ ਅਤੇ ਰੱਬੀ ਸਤਸੰਗ ਵਿੱਚ ਜੋਤੀ ਬਣ ਹੇਠਾਂ ਧਰਤੀ ਦੇ ਚਿਹਰੇ ਨੂੰ ਰੁਸ਼ਨਾ ਰਹੇ ਹਨ, ਲੱਖਾਂ ਮੰਡਲ ਪਸਰ ਕੇ ਜੋਤੀ ਚੱਕਰਾਂ ਦਾ ਰੂਪ ਧਾਰ ਗਗਨ ਵਿੱਚ ਚਾਨਣ ਦਾ ਹੜ ਬਣ ਵਹਿ ਤੁਰੇ ਹਨ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਅਦ੍ਰਿਸ਼ਟ ਪ੍ਰਭੂ ਹੈ, ਜਿਹੜਾ ਬਿਜਲੀ ਦੀ ਇੱਕ ਲਿਸ਼ਕਾਰ ਵਾਂਗ ਜੀਵਨ ਦੀਆਂ ਅਸੰਖ ਤਕਣੀਆਂ ਤੇ ਅਸੰਖ ਮੁਸਕਣੀਆਂ ਦਾ ਰੂਪ ਧਾਰ ਲੰਘ ਜਾਂਦਾ ਹੈ ਤੇ ਕਹਿੰਦਾ ਹੈ
ਕਿ ਹਾਲੇ ਵੀ ਤੂੰ ਮੈਨੂੰ ਨਹੀਂ ਤੱਕਿਆ? ਇਹ ਮੈਂ ਹੀ ਹਾਂ। ਮੈਨੂੰ ਉਸ ਦੀ ਪਰਿਭਾਸ਼ਾ ਦੱਸਣ ਲਈ ਨਾ ਕਹੋ, ਮੈਨੂੰ ਉਸ ਦੀ ਮਹਿਮਾ ਦੱਸਣ ਲਈ ਨਾ ਆਖੋ, ਮੈਥੋਂ ਉਸ ਦਾ ਨਾਮ ਨਾ ਪੁੱਛੋ। ਮੈਂ ਉਸ ਦੀ ਤਬਲੀਗ ਕਰਨ ਤੋਂ ਅਸਮਰੱਥ ਹਾਂ, ਅਤੇ ਆਖੋ ਕਿ ਮੈਂ ਉਸ ਨੂੰ ਨਾ ਲੁਕਾਵਾਂ, ਜਿਸ ਦੀ ਚਰਨ ਛੋਹ ਨੇ ਮੈਨੂੰ ਆਜ਼ਾਦ ਕੀਤਾ ਹੈ। ਮੈਨੂੰ ਸਵੈ ਵਿਸ਼ ਵਿੱਚ ਘੁੱਲੇ ਨੀਚ ਕੀਟ ਦਾਸ ਨੂੰ ਉਸ ਆਪਣੀ ਕਵਲ ਸੁਗੰਧੀ ਵਿੱਚ ਲੀਨ ਕਰ ਲਿਆ ਹੈ। ਹੋਰ ਕਿਸੇ ਲਈ ਭਾਵੇਂ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਇੱਕ ਸਿਰਜਣਹਾਰ ਹੈ, ਜਿਸ ਨੇ ਆਪਣੇ ਆਪ ਨੂੰ ਆਪਣੇ ਗੀਤ ਵਿੱਚ ਢਾਲ ਲਿਆ ਹੈ, ਜੋ ਭਾਵੇਂ ਕਿਤੇ ਵੀ ਬਿਰਾਜਮਾਨ ਨਹੀਂ, ਫਿਰ ਵੀ ਉਹ ਆਪਣੇ ਨੈਣਾਂ ਤੋਂ ਆਕਾਸ਼ ਵਿੱਚ ਤਾਰਿਆਂ ਦਾ ਮੀਂਹ ਵਰਾ ਰਿਹਾ ਹੈ। ਮਹਾਪੁਰਸ਼ਾਂ ਨੂੰ ਉਸ ਦਾ ਨਾਮ ਧਰਨ ਦਿਓ, ਵਿਦਵਾਨਾਂ ਨੂੰ ਉਸ ਦੀ ਖੋਜ ਕਰਨ ਦਿਓ, ਪੰਡਤਾਂ ਨੂੰ ਕਰਨ ਦਿਓ ਉਸ ਉੱਤੇ ਚਰਚਾ, ਸ਼ਹੀਦਾਂ ਨੂੰ ਉਸ ਦਾ ਜਸ ਗਾਉਣ ਦਿਓ, ਪਿਆਰਿਆਂ ਨੂੰ ਉਸ ਨੂੰ ਬੁਲਾਉਣ ਦਿਓ, ਕੁਮਾਰੀਆਂ ਨੂੰ ਉਸ ਦੇ ਗਲ ਹਾਰ ਪਾਉਣ ਦਿਓ ਅਤੇ ਸਵਾਗਤ ਦੇ ਗੀਤ ਗਾਉਣ ਦਿਓ। ਸੰਤਾਂ ਨੂੰ ਉਸ ਨੂੰ ਪੂਜਣ ਦਿਓ, ਭਗਤਾਂ ਨੂੰ ਉਸ ਦੇ ਸੋਹਣੇ ਬਾਣੇ ਦੀਆਂ ਕਲੀਆਂ ਚੁੰਮਣ ਅਤੇ ਚਰਨਾਂ ਦੀ ਧੂੜੀ ਮੱਥੇ ਲਾਉਣ ਦਿਓ। ਬਾਲਕਾਂ ਨੂੰ ਉਸ ਦੇ ਗਿਰਦ ਜੁੜਨ ਦਿਓ। ਹੋਰ ਭਾਵੇਂ ਕਿਸੇ ਲਈ ਉਹ ਕੁਝ ਵੀ ਹੋਵੇ, ਮੇਰੇ ਲਈ ਤਾਂ ਉਹ ਗੁੱਝਾ ਮਿੱਤਰ ਹੈ, ਜਿਹੜੀ ਮੇਰੀ ਕੋਰ ਨਿਰਾਸ਼ਾ ਵਿੱਚ ਬਿਨਾਂ ਵੇਖੇ ਮੇਰੇ ਕੋਲ ਆ ਪੁੱਜਦਾ ਹੈ, ਆਪਣੇ ਸ਼ਾਹੀ ਬਾਣੇ ਦੀ ਕੰਨੀ ਨਾਲ ਮੇਰੀਆਂ ਗੱਲਾਂ ਤੋਂ ਮੌਨ ਹੰਝੂ ਪੂੰਝਣ ਲਈ, ਅਤੇ ਮੈਨੂੰ ਕਹਿੰਦਾ ਹੈ, ਜਦੋਂ ਮੈਂ ਆਪਣੇ ਹੰਝੂਆਂ ਦੇ ਬੱਝੇ ਗੱਜ ਵਿੱਚ ਉਸ ਨੂੰ ਸੁਣ ਵੀ ਨਹੀਂ ਸਕਦਾ, ਆ ਵੇਖ ਮੈਂ ਤੇਰੇ ਕੋਲ ਹਾਂ। ਮੇਰਾ ਸਭੋ ਕੁਝ ਜਦੋਂ ਹੋਰ ਕੋਈ ਵੀ ਕੋਲ ਨਹੀਂ, ਤੇਰਾ ਹੈ ਉਹ ਉਦਾਸ ਪਾਪੀ। ਮੈਂ ਤੇਰੇ ਲਈ ਹਾਂ ਅਤੇ ਕਿਸੇ ਹੋਰ ਦਾ ਨਹੀਂ। ਕਹਿਣ ਦਿਓ ਇੱਕ ਇਸਤਰੀ ਨੂੰ ਕਿ ਉਹ ਉਸ ਨੂੰ ਪ੍ਰੇਮ ਕਰੇ, ਕਹਿਣ ਦਿਓ ਇੱਕ ਗਾਇਕ ਨੂੰ ਉਸੇ ਲਈ ਉਹ ਗਾਇਨ ਕਰੇ, ਆਖ ਲਏ ਨਿਰਤਕ ਵੀ ਇਹ ਗੱਲ, ਉਸੇ ਲਈ ਉਹ ਨਾਚ ਨੱਚੇ, ਹੱਠੀ ਤਿਆਗੀ ਵੀ ਆਖ ਲਏ ਉਸੇ ਖਾਤਰ ਉਹ ਪੀੜ ਜਰੇ, ਪਰਮ ਆਨੰਦ ਵਿੱਚ ਰਤਾ ਯੋਗੀ ਉਸੇ ਲਈ ਧਿਆਨ ਧਰੇ। ਕਹਿਣ ਦਿਓ ਇੱਕ ਨੇਕ ਬੰਦੇ ਨੂੰ ਹੁਕਮ ਤੇਰਾ ਅਸੀਂ ਮੰਨਦੇ ਹਾਂ। ਹੋਰ ਭਾਵੇਂ ਕਿਸੇ ਲਈ ਉਹ ਕੁਝ ਵੀ ਹੋਵੇ ਅਤੇ ਕੋਈ ਹੋਰ ਉਸ ਦਾ ਭਾਵੇਂ ਕੁਝ ਹੋਰ ਲੱਗੇ, ਮੈਂ ਕੀ ਹੋ ਸਕਦਾ ਹਾਂ? ਮੈਂ ਸਭ ਚੰਗਿਆਈਆਂ, ਗੁਣਾ ਜਾਂ ਚਾਨਣ ਤੋਂ ਕੋਰਾ, ਮੈਂ ਸਭ ਸੰਗੀਤ, ਨਿਰਤ ਕਲਾ ਤੇ ਵਿਚਾਰ ਤੋਂ ਸਖਣਾ, ਮੈਂ ਨੇਕੀ, ਚੁੱਪ ਤੇ ਗਰੀਬੀ ਦੀਆਂ ਸਭ ਪ੍ਰਤਿਗਿਆਵਾਂ ਤੋਂ ਖਾਲੀ, ਮੈਂ ਇੰਦਰੀਆਂ ਦੇ ਸੁੱਖ ਦੀਆਂ ਗਲੀਆਂ ਸਾਫ਼ ਕਰਨ ਵਾਲਾ ਭੰਗੀ, ਮੈਂ ਕੰਬਦੀ ਸੁੰਦਰਤਾ ਦੇ ਝਾਵਲਿਆਂ ਦਾ ਬੇਤੁਕਾ ਪਿੱਛਾ ਕਰਨ ਵਾਲਾ, ਜਿਹੜੇ ਉਹਨਾਂ ਤਿਤਲੀਆਂ ਦੇ ਝਿਲਮਿਲਾਉਂਦੇ ਖੰਭਾਂ ਦੇ ਰੰਗਾਂ ਵਿੱਚ ਉੱਡਦੇ ਫਿਰਦੇ, ਜੋ ਜੀਵਨ ਮਾਇਆ ਦੇ ਖਿੜੇ ਫੁੱਲਾਂ ਵਿੱਚ ਫੜਫੜਾਉਂਦੀਆਂ। ਮੈਂ ਉਸ ਨੂੰ ਕੀ ਕਹਿ ਸਕਦਾ ਹਾਂ? ਮੈਂ ਕੀ ਹੋ ਸਕਦਾ ਹਾਂ? ਮੈਂ ਭੋਗਾਂ ਦੇ ਚਸਕਿਆਂ ਵਿੱਚ ਚਿਰੰਕਾਲ ਤੋਂ ਫਾਥਾ, ਆਪਣੀ ਪਿੱਠ ਤੇ ਸਦਾ ਰਹਿਣ ਵਾਲੀ ਮ੍ਰਿਗ ਤ੍ਰਿਸ਼ਨਾ ਦਾ ਭਾਰ ਚੁੱਕੀ, ਸ਼ਰਮ ਵਿੱਚ ਸਿਰ ਨਿਹੁੜਾਈ, ਆਪਣੇ ਨੰਗੇ ਜਿਸਮ ਦੀ ਇੱਕ ਨੁੱਕਰ ਵਿੱਚ ਸ਼ਰਮਸਾਰ ਖੜੋਤਾ, ਆਪਣੇ ਦਾਗਾਂ ਤੇ ਕਲੰਕਾਂ ਸਣੇ ਸਭ ਤੋਂ ਪਰੇ ਇਕਲਵੰਜੇ। ਪਰ ਵੇਖੋ, ਉਹ ਪ੍ਰਭੂ ਪ੍ਰੀਤਮ ਮੇਰੇ ਕੋਲ ਵੀ ਆ ਜਾਂਦਾ ਹੈ, ਜਦੋਂ ਸੂਰਜ ਛਿਪਦਾ ਹੈ ਅਤੇ ਸੰਤ ਜਨ ਉਸ ਕੋਲੋਂ ਖੁਸ਼ੀਆਂ ਲੈ ਲੈਂਦੇ। ਜਦੋਂ ਉਹ ਆਉਂਦਾ, ਮੈਂ ਉੱਚੀ ਉੱਚੀ ਚੀਖ ਉੱਠਦਾ। ਉਹ ਮੈਨੂੰ ਢਾਰਸ ਦਿੰਦਾ ਤੇ ਕਹਿੰਦਾ ਕਿ ਮੈਂ ਤੇਰੇ ਕੋਲੋਂ ਬਹੁਤ ਦਿਨ ਵਿਛੜਿਆ ਰਿਹਾ ਹਾਂ। ਲੋਕ ਮੰਦਰਾਂ ਤੇ ਦਿਹੋਰਿਆਂ ਵਿੱਚ ਉਸ ਦੇ ਗਿਰਦੇ ਜਾ ਕੇ ਜੁੜਦੇ। ਉਹਨਾਂ ਤੋਂ ਅੱਕ ਥੱਕ ਆਪਣੀ ਸਾਰੀ ਵਿਹਲ ਵਿੱਚ ਉਹ ਮੇਰੇ ਕੋਲ ਜ਼ਮੀਨ ਉੱਤੇ ਪੁੰਜੇ ਆ ਬਹਿੰਦਾ। ਮੇਰੇ ਨਿਤਾਣੇ ਕੋਲ, ਜਿਸ ਨੇ ਆਪਣੀ ਮਨ ਦੀ ਸਾਰੀ ਪਾਤਸ਼ਾਹੀ ਜਵਾਨੀ ਗੁਲਾਬੀ ਬੁੱਲਿਆਂ ਦੇ ਮਦ ਪਾਣ ਦੀਆਂ ਤੁੱਛ ਖਿੱਚਾਂ ਵਿੱਚ ਉਜਾੜ ਦਿੱਤਾ। ਮੇਰੇ ਕੋਲ ਬਹਿੰਦਾ ਉਸ ਜਵਾਰੀਏ ਕੋਲ, ਜਿਸ ਨੇ ਆਪਣਾ ਸਭ ਕੁਝ ਦਾਅ ਤੇ ਤਾਂ ਲਾਇਆ ਪਰ ਕੁਝ ਹਾਸਲ ਨਾ ਕੀਤਾ। ਮੇਰੇ ਕੋਲ ਉਦੋਂ ਬਹਿੰਦਾ ਜਦ ਮੈਂ ਆਪਣੇ ਮੂੰਹ ਨੂੰ ਆਪਣੇ ਹੱਥਾਂ ਦੀਆਂ ਤਲੀਆਂ ਨਾਲ ਢੱਕ ਲੈਂਦਾ। ਕੀਤੇ ਕਰਮਾਂ ਦੀ ਸ਼ਰਮਿੰਦਗੀ ਵਿੱਚ ਹੈਰਾਨ ਹੋ ਸੋਚਦਾ
ਕਿ ਕੀ ਉਹ ਹੁਣ ਵੀ ਮੇਰੇ ਕੋਲ ਆਵੇਗਾ ਅਤੇ ਆਖੇਗਾ ਚਿੰਤਾ ਨਾ ਕਰ, ਮੈਂ ਜੋ ਤੇਰਾ ਹਾਂ। ਮੇਰੇ ਮਿੱਤਰੋ, ਮੈਂ ਉਸ ਬਾਰੇ ਤੁਹਾਨੂੰ ਕੀ ਆਖ ਸਕਦਾ ਹਾਂ? ਉਸ ਬਾਰੇ ਜੋ ਨੇਕ ਉਤੇ ਤਾਂ ਤਿਉੜੀ ਪਾ ਕੇ ਲੰਘ ਜਾਂਦਾ ਹੈ, ਪਰ ਚੋਰ ਤੇ ਜਵਾਰੀਏ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਹਨਾਂ ਨਾਲ ਕੜਿੰਗੜੀਆਂ ਪਾਈ ਤੁਰਿਆ ਜਾਂਦਾ ਹੈ ਆਪਣੇ ਸਦੀਵੀ ਜੀਵਨ ਸਾਥ ਵਿੱਚ। ਮੇਰੇ ਮਿੱਤਰੋ, ਮੈਂ ਉਸ ਬਾਰੇ ਤੁਹਾਨੂੰ ਕੀ ਆਖ ਸਕਦਾ ਹਾਂ? ਉਸ ਬਾਰੇ ਜੋ ਪੂਜਾ ਕਰਨ ਆਏ ਸੰਸਾਰੀ ਰਾਜਿਆਂ ਤੇ ਰਾਣੀਆਂ ਨੂੰ ਇੱਕ ਤਕੜੀ ਨਾਲ ਨਿਹਾਰਨ ਤੋਂ ਵੀ ਸੰਕੋਚ ਕਰਦਾ ਹੈ, ਪਰ ਰਾਤ ਵੇਲੇ ਨਦੀ ਕਿਨਾਰੇ ਇਕੱਲੀ ਨਿਮਾਣੀ ਕੁੜੀ ਨੂੰ ਆਪਣੀ ਬਾਹਾਂ ਦੇ ਸਹਾਰੇ ਲੱਕੋਂ ਪਕੜ ਉਠਾ ਲੈ ਜਾਂਦਾ ਹੈ ਅਤੇ ਤਾਰਿਆਂ ਨੂੰ ਉਸ ਦੇ ਕੇਸਾਂ ਵਿੱਚ ਜੜ ਕੇ ਪੂਰੇ ਭਰੋਸੇ ਵਿੱਚ ਉਸ ਨਾਲ ਕਈ ਨਿੱਕੀਆਂ ਮਿੱਠੀਆਂ ਗੱਲਾਂ ਕਰਕੇ ਪ੍ਰਸੰਨ ਹੁੰਦਾ ਹੈ। ਮੇਰੇ ਮਿੱਤਰੋ, ਮੈਂ ਉਸ ਬਾਰੇ ਤੁਹਾਨੂੰ ਕੀ ਆਖ ਸਕਦਾ ਹਾਂ? ਉਸ ਬਾਰੇ ਜਿਹੜੀਆਂ ਵਿਧਵਾ ਦੀਆਂ ਅੰਦਰ ਧਸੀਆਂ ਗੱਲਾਂ ਵਿਚਲੇ ਅਥਰੂ ਚੁੰਮ ਲੈਂਦਾ ਹੈ ਅਤੇ ਇੱਕ ਯਤੀਮ ਮਨੁੱਖ ਦੇ ਦਿਲ ਨੂੰ ਮਾਤ ਪਿਆਰ ਨਾਲ ਭਰ ਦਿੰਦਾ ਹੈ, ਜਿਹੜਾ ਪਾਪ ਦੇ ਦਾਗਾਂ ਨਾਲ ਭਰੀ ਚਮੜੀ ਵਾਲੇ ਵਿਚਾਰ ਨੂੰ ਕੰਵਾਰੀ ਜੋਤੀ ਨਾਲ ਮੁੜ ਨਵਨੀਤ ਕਰ ਦਿੰਦਾ ਹੈ ਅਤੇ ਆਪਣੀ ਕਿਰਪਾਨ ਦੀ ਬਿਜਲੀ ਚਮਕ ਨਾਲ ਆਤਮਾ ਦੇ ਜ਼ਖਮਾਂ ਨੂੰ ਰਾਜ਼ੀ ਕਰ ਦਿੰਦਾ ਹੈ। ਰੱਬ ਵਰਗੇ ਲਾਲ ਖੂਨ ਵਿੱਚ ਉਹ ਜ਼ਿੰਦਗੀ ਦਾ ਸਵੈਮਾਨ ਮੁੜ ਭਰ ਦਿੰਦਾ ਹੈ ਅਤੇ ਉਸ ਆਪਣੇ ਨਵੇਂ ਸਾਜੇ ਮਨੁੱਖ ਨੂੰ ਵੇਖ ਕੇ ਪਿਆਰ ਕਰਦਾ ਹੈ, ਜਿਹੜਾ ਆਪਣੇ ਸਿਰ ਨੂੰ ਉਸ ਦੇ ਸਨਮੁਖ ਉੱਚਾ ਕਰਕੇ ਖੜਾ ਹੁੰਦਾ ਹੈ। ਆਪਣੇ ਨੈਣਾਂ ਦੀ ਇੱਕ ਤਕੜੀ ਨਾਲ ਉਹ ਸਾਰੇ ਬੰਧਨਾਂ ਦੇ ਸੰਗਲਾਂ ਨੂੰ ਤੋੜ ਦਿੰਦਾ ਹੈ ਅਤੇ ਇਹ ਆਖਣ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਕਿ ਮੈਂ ਨਹੀਂ, ਇਹ ਸਭ ਕੁਝ ਅਦ੍ਰਿਸ਼ਟਮਾਨ ਅਕਾਲ ਪੁਰਖ ਨੇ ਕੀਤਾ ਹੈ। ਉਹ ਆਉਂਦਾ ਹੈ, ਉਹ ਪਰਮ ਪੁਰਖ, ਜਿਹੜਾ ਰੂਹਾਂ ਦੀਆਂ ਬੰਦ ਕਲੀਆਂ ਨੂੰ ਖਿੜਾ ਦਿੰਦਾ ਹੈ ਅਤੇ ਸਮੇਂ ਦੇ ਲੰਬੂਤਰੇ ਸਿਆਣੇ ਮੂੰਹ ਦਾ ਮਖੌਲ ਉਡਾਉਂਦਾ ਹੈ ਅਤੇ ਇੱਕ ਮੁਸਕਣੀ ਨਾਲ ਉਹਨਾਂ ਮਨੁੱਖੀ ਮਨਾਂ ਦੀਆਂ ਸਭ ਗੁੰਝਲਾਂ ਸੁਲਝਾ ਦਿੰਦਾ ਹੈ, ਜਿਹੜੇ ਹੁਣ ਤੀਕ ਚਿਰੰਕਾਲ ਤੋਂ ਆਤਮ ਛਲਾਵੇ ਦੀਆਂ ਚਟਾਨਾਂ ਵਿੱਚ ਮੋਹਰਬੰਦ ਪਏ ਸਨ ਅਤੇ ਬੁੱਢਿਆਂ ਵਿੱਚ ਵੀ ਛੋਹਰਾਂ ਹਾਰ ਟਪੂਸੀਆਂ ਤੇ ਦੁੜੰਗੇ ਮਾਰਨ ਦੀ ਸ਼ਕਤੀ ਭਰਦਾ ਹੈ। ਆਪਣੀ ਹੋਂਦ ਦੇ ਕਰਾਮਾਤੀ ਘੇਰੇ ਵਿੱਚ ਬੱਧੀ ਉਹ ਸਮੂਹ ਮਨੁੱਖੀ ਭੀੜ ਨੂੰ ਪੀਂਘ ਦੇ ਹੁਲਾਰੇ ਹਾਰ ਝੂਟੇ ਦਿੰਦਾ ਹੈ ਅਤੇ ਉਹਨਾਂ ਨੂੰ ਆਪਣੇ ਨਾਲ ਨਚਾਉਂਦਾ ਹੈ। ਉਸ ਰੰਗ ਬਿਰੰਗੇ ਮਨੁੱਖੀ ਹਜੂਮ ਦੀਆਂ ਜੀਵਨ ਪ੍ਰੇਮ ਤੇ ਮੌਤ ਵਰਗੀਆਂ ਨਿੱਕੀਆਂ ਨਿੱਕੀਆਂ ਸਮਸਤ ਗੁੰਝਲਾਂ ਨੂੰ ਮਨੋਂ ਵਿਸਾਰ ਦਿੰਦਾ ਹੈ। ਉਹ ਨੱਚ ਰਿਹਾ ਹੈ, ਉਹ ਆਪ ਜੋ ਧਿਆਨੀ ਦੇ ਧਿਆਨ ਦਾ ਕੇਂਦਰ ਸੀ, ਜਗਿਆਸੂ ਦੀ ਭਾਲ ਦਾ ਮੁੱਖ ਪਾਤਰ ਸੀ, ਜਿਸ ਨੂੰ ਰਚਨਾਕਾਰ ਸ਼ਬਦਾਂ, ਵਿਚਾਰਾਂ, ਅਮਲਾਂ ਤੇ ਕਲਾ ਰਾਹੀਂ ਮੂਰਤੀਮਾਨ ਕਰਨ ਦੇ ਯਤਨ ਕਰਦਾ ਸੀ। ਉਹ ਸਾਖਿਆਤ ਖੜਾ ਹੈ ਆਪਣੇ ਸਰਗੁਣ ਸਰੂਪ ਵਿੱਚ, ਸਦਾ ਅਰੂਪ, ਅਰੰਗ ਤੇ ਅਗੰਤ। ਜੀਵਨ ਰੌਂ ਹਾਲੀ ਵੀ ਚਰਾਂਦਾ ਤੇ ਕਾਹਾਂ ਵਿੱਚ ਧੜਕਦੀ ਹੈ। ਸੰਝ ਨੇ ਆਪਣਾ ਪੱਲਾ ਓੜ ਲਿਆ ਹੈ, ਸਰਗੀ ਨੇ ਘੁੰਡ ਚੁੱਕ ਦਿੱਤਾ ਹੈ। ਘਰ ਦੀ ਗਹਿਲ ਪਿਆਰ ਵਿੱਚ ਬੱਧੀ ਖੂਹੀਓਂ ਪਾਣੀ ਭਰਨ, ਆਟਾ ਚੱਕੀ ਪੀਹਣ ਤੇ ਹੋਰ ਕਾਰ ਵਿਹਾਰ ਦੇ ਆਹਰ ਵਿੱਚ ਜੁਟਣ ਲਈ ਜਾਗ ਪਈ ਹੈ। ਕਿਸਾਨ ਹਲ ਤੇ ਜੋਗ ਲਈ ਬੁੱਢ ਪੁਰਾਤਨ ਧਰਤੀ ਨੂੰ ਜੋਤਰਾ ਲਾਉਣ ਜਾਂਦਾ ਹੈ ਤਾਂ ਜੋ ਬੀਜ ਤੇ ਲੁਣ ਕੇ ਉਹ ਰੱਬੀ ਘਰ ਨੂੰ ਭਰਪੂਰ ਕਰ ਸਕੇ। ਰਾਜ ਉਸਾਰੀ ਲਾਉਂਦਾ ਹੈ, ਤਰਖਾਣ ਲੱਕੜੀ ਚੀਰ ਕੇ ਸਮਾਨ ਤਿਆਰ ਕਰਦਾ ਹੈ। ਸੁੰਦਰ ਕੰਜ ਕਵਾਰੀਆਂ ਚਿੱਟੇ ਪਵਿੱਤਰ ਤੰਦਾਂ ਨੂੰ ਕੱਤਦੀਆਂ ਗਾਉਂਦੀਆਂ ਹਨ, ਪਰ ਜੀਵਨ ਦੇ ਸਭ ਨੈਣ ਮਧੂਮੱਖੀਆਂ ਦੀ ਨਿਆਈ ਉਸ ਪ੍ਰੀਤਮ ਦੇ ਨੈਣਾਂ ਨਾਲ ਬੱਝ ਗਏ ਹਨ, ਜੋ ਇਹਨਾਂ ਸਭ ਜੀਵਾਂ ਦੀ ਬੰਦ ਖਲਾਸੀ ਲਈ ਲੜਿਆ ਸੀ ਅਤੇ ਉਸ ਦੇ ਪਿੱਛੇ ਜੀਵਨ ਦੀਆਂ ਅਨੇਕ ਅਦ੍ਰਿਸ਼ਟ ਗਤੀਆਂ ਅਕਾਲੀ ਤਾਲ ਚਾਪਾਂ ਵਿੱਚ ਬੱਝੀਆਂ ਉਸ ਰਜ਼ਾ ਦੀ ਉਡੀਕ ਕਰ ਰਹੀਆਂ ਹਨ, ਜੋ ਉਹਨਾਂ ਨੂੰ ਜ਼ਿੰਦਗੀ ਤੇ ਪ੍ਰੇਮ ਲਈ ਜੂਝ ਮਰਨ ਦਾ ਆਦੇਸ਼ ਦਿੰਦਾ ਹੈ। ਕਿਸੇ ਨੂੰ ਉਸ ਦਾ ਭੇਦ ਪ੍ਰਗਟ ਕਰਨ ਲਈ ਨਾ ਕਹੋ, ਉਹ ਜਿਹੜਾ ਕਿ ਸਭ ਦਾ ਗੁੱਜਾ ਮਿੱਤਰ ਹੈ। ਕਿਸੇ ਨੂੰ ਪਰਦਾ ਚੁੱਕਣ ਲਈ ਨਾ ਆਖੋ, ਕਿਉਂ ਜੋ ਉਹ ਦੁਖੀਆ ਇਸਤਰੀ ਸੰਗ ਇੱਕੋ ਸੇਜ ਤੇ ਸੁੱਤਾ ਪਿਆ ਹੈ। ਇਸ ਸਮੇਂ ਕੋਈ ਉੱਚਾ ਨਾ ਬੋਲੋ, ਕਿਉਂ ਜੋ ਉਹ ਆਪਣੀ ਉਂਗਲ ਨੂੰ ਮਲਕੜੇ ਬੁੱਲਾਂ ਤੇ ਰੱਖ ਸੁੱਤੇ ਪਏ ਬੱਚੇ ਦਾ ਮੂੰਹ ਚੁੰਮਣ ਆਇਆ ਹੈ। ਇਸ ਸਮੇਂ ਕੋਈ ਬੱਤੀ ਜਗਾਉਣ ਦੀ ਗੁਸਤਾਖੀ ਨਾ ਕਰੇ, ਕਿਉਂ ਜੋ ਪਿਰ ਧਨ ਨੂੰ ਅੰਗ ਸਮਾਈ ਪਿਆ ਹੈ। ਕੋਈ ਵੀ ਉਸ ਦੀ ਪ੍ਰਾਪਤੀ ਦਾ ਐਲਾਨ ਨਾ ਕਰੇ, ਕਿਉਂ ਜੋ ਉਹ ਕਿਸੇ ਥਾਂ ਵੀ
ਲੱਭਿਆ ਨਹੀਂ ਜਾ ਸਕੇਗਾ। ਪਾਤਸ਼ਾਹਾਂ ਦਾ ਪਾਤਸ਼ਾਹ, ਸਦਾ ਸਲਾਮਤ, ਨਿਰੰਕਾਰੀ ਦਾਤਾਰ, ਪ੍ਰਾਣ ਦਾਤਾ, ਪ੍ਰੇਮ ਦਾਤਾ, ਰਿਜ਼ਕ ਦਾਤਾ, ਮਹਾਕਵੀ, ਸ਼ਬਦਾਂ ਦਾ ਦਾਤਾ, ਸਿਰਜਣਹਾਰ, ਚਾਨਣ ਦਾਤਾ, ਜਿਸ ਦਾ ਅਨਾਦਿ ਹਿਰਦਾ ਲੁਕਾਈ ਦੀ ਖੁਸ਼ੀ ਨਾਲ ਧੜਕਦਾ, ਜੋ ਉਹਨਾਂ ਦੀ ਭਾਲ ਵਿੱਚ ਜਾਂਦਾ, ਉਹਨਾਂ ਲਈ ਪ੍ਰਸ਼ਾਦੇ ਤੇ ਠੰਡੀ ਲੱਸੀ ਦੇ ਘੁੱਟ ਮੰਗਦਾ, ਲੋਕਾਂ ਦੀਆਂ ਆਕਾਂਖਿਆਵਾਂ ਨੂੰ ਇਕੱਤਰ ਕਰ ਅਕਾਲ ਪੁਰਖ ਦੇ ਹਜ਼ੂਰ ਪ੍ਰੇਮ ਦੀ ਤੁੱਛ ਭੇਟਾ ਅਰਪਣ ਕਰਦਾ। ਸੁੱਤ ਆਪਣੇ ਪ੍ਰਭੂ ਪਿਤਾ ਦੀ ਘਟ ਘਟ ਵਿੱਚ ਵਿਆਪਕ ਪਰਮ ਸੁੰਦਰਤਾ ਨੂੰ ਉਗਾੜਦੀ, ਨਿਰਗੁਣ ਦਾ ਸਰਗੁਣ ਰੂਪ, ਨਿਜ ਦਾ ਅਨਿਜ ਸਰੂਪ, ਬਾਣੀ ਦਾ ਰਚਨਹਾਰ, ਜਿਸ ਦੀ ਕਰਾਮਾਤ ਆਪਣੇ ਵਰਗੇ ਕੋਟ ਚਿਹਰਿਆਂ ਤੇ ਚਮਕਦੀ ਅਤੇ ਹਰ ਹਿਰਦੇ ਵਿੱਚ ਸਮਾਈ ਬੈਠੀ, ਪ੍ਰਭੂ ਦੇ ਧਿਆਨ ਦੀ ਪੂਰਨਤਾ, ਸ਼ਾਨ ਵਾਲਾ, ਜਲਾਲ ਪੂਰਨ, ਰਤਨਾ ਜੜਿਆ, ਆਤਮ ਨਸ਼ੇ ਵਿੱਚ ਮਖਮੂਰ, ਉਜਲ ਦੀਦਾਰ, ਮਹਾਂ ਚਿੰਤਕ, ਮੁਨੀ, ਆਪਣੇ ਸਬਜ਼ੇ ਘੋੜੇ ਉੱਤੇ ਸਵਾਰ, ਸੰਸਾਰ ਲਈ ਅਮਨਾ ਦਾ ਪਾਤਸ਼ਾਹ, ਅਤ ਮਿੱਠਾ, ਸਭ ਤੋਂ ਮਿੱਠਾ ਗੁਰੂ ਗੋਬਿੰਦ ਸਿੰਘ। ਹਾਂਜੀ, ਫਿਰ ਦੁਹਰਾ ਦੇਈ। ਪ੍ਰਭੂ ਦੇ ਧਿਆਨ ਦੀ ਪੂਰਨਤਾ, ਸ਼ਾਨ ਵਾਲਾ, ਜਲਾਲ ਪੂਰਨ, ਰਤਨਾ ਜੜਿਆ, ਆਤਮ ਨਸ਼ੇ ਵਿੱਚ ਮਖਮੂਰ, ਉਜਲ ਦੀਦਾਰ, ਮਹਾਂ ਚਿੰਤਕ, ਮੁਨੀ, ਆਪਣੇ ਸਬਜ਼ੇ ਘੋੜੇ ਉੱਤੇ ਸਵਾਰ, ਸੰਸਾਰ ਲਈ ਅਮਨਾ ਦਾ ਪਾਤਸ਼ਾਹ, ਅਤ ਮਿੱਠਾ, ਸਭ ਤੋਂ ਮਿੱਠਾ ਗੁਰੂ ਗੋਬਿੰਦ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।